सब थाई होए सहाय। तेग बहादुर सिमरे करनो निधि आवे काए। सतगुरु गुरु तेग बहादुर महाराज सच्चे पातशाह पावन दूसरे श्लोक दे विच किरपा करदियां बड़ा प्यारा बचन साडी झोली पाउंदे ने। हजूर कहंदे ने बिखिया नस्यों काहे रचियो, निमख ना होए उदास, कहो नानक हर भज मना, परै ना जम की फास। बिखियां दे अखरी अर्थ ने विषे विकार ਜਿਹੜੇ ਸਾਡੀ ਜ਼ਿੰਦਗੀ ਨੂੰ ਰੋਗ ਲੱਗੇ ਆ। ਇੱਕ ਰੋਗ ਹੁੰਦੇ ਆ ਸੰਸਾਰੀ ਜਿਹੜੇ ਤਨ ਤੱਕ ਸੀਮਤ ਆ, ਪਰ ਇੱਕ ਰੋਗ ਆ ਜਿਹੜੇ ਸਾਡੇ ਅੰਦਰ ਨੂੰ ਲੱਗੇ ਹੋਏ ਆ, ਜਿਨ੍ਹਾਂ ਦੀ ਗਿਣਤੀ ਜਦੋਂ ਵਿਦਵਾਨ ਪੁਰਸ਼ਾਂ ਕੀਤੀ, ਉਹ ਗਿਣਤੀ ਕੀਤੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਵਿਖਿਆ ਨਸਿਓ ਕਾਹੇ ਰਚਿਓ, ਸਾਡੀ ਜ਼ਿੰਦਗੀ ਇਹਨਾਂ ਦੇ ਵਿੱਚ ਡੁੱਬੀ ਪਈ ਆ। ਵਿਕਾਰ ਸਾਡੇ ਜੀਵਨ ਤੇ ਇੰਨੇ ਜ਼ਿਆਦੇ ਹਾਵੀ ਆ, ਜਦੋਂ ਪੜ੍ਹਦੇ ਆ, ਕੁਝ ਸੁਣਦੇ ਆ, ਕੁਝ ਵੇਖਦੇ ਆ, ਕੋਈ ਪਤਾ ਨਹੀਂ ਲੱਗਦਾ ਕਾਮ ਇਸ ਸਰੀਰ ਤੇ ਕਦੋਂ ਸਵਾਰ ਹੋ ਜਾਂਦਾ ਹੈ। ਮਨ ਜਿਹੜਾ ਉਹ ਇੰਨਾ ਗਵਾਚ ਜਾਂਦਾ ਆ, ਵਾਸ਼ਨਾ ਦੇ ਵਿੱਚ ਡੁੱਬਦਾ ਆ। ਇੱਕ ਪਲ ਨਹੀਂ ਲੱਗਦਾ ਕਦੋਂ ਅਸੀਂ ਗੁੱਸੇ 'ਚ ਆ ਜਾਂਦੇ ਆ। ਕੋਈ ਪਤਾ ਨਹੀਂ ਲੱਗਦਾ ਬੰਦਾ ਲੋਭੀ ਕਦੋਂ ਹੋ ਗਿਆ। ਮੋਹ ਦੀਆਂ ਤੰਦਾਂ ਇੰਨੀਆਂ ਜ਼ਿਆਦੀਆਂ ਗਹਿਰੀਆਂ ਆ, ਮੋਹ ਦੀਆਂ ਤੰਦਾਂ ਵਾਰ-ਵਾਰ ਇਸ ਦੁਨੀਆ 'ਚ ਲਿਆ ਰਹੀਆਂ। ਹੰਕਾਰ ਦੀ ਤੇ ਕਹਾਣੀ ਇਹ ਹੈ ਜੀ, ਬੰਦਾ ਚਾਰੇ ਵਿਕਾਰਾਂ ਤੇ ਬੇਸ਼ੱਕ ਕਿਤੇ ਨਾ ਕਿਤੇ ਕਾਬੂ ਪਾ ਲੈ। ਸੂਖਸ਼ਮ ਹੰਕਾਰ ਇਦਾਂ ਦਾ ਆ, ਬੰਦੇ ਨਾਲ ਬੜੀ ਦੂਰ ਤੱਕ ਤੁਰਿਆ ਜਾਂਦਾ ਹੈ। ਪਿਤਾ ਗੁਰੂਦੇਵ ਕਹਿੰਦੇ ਆ, ਐ ਬੰਦੇ, ਐ ਇਨਸਾਨ, ਐ ਗੁਰੂ ਨਾਨਕ ਸਾਹਿਬ ਦੇ ਸਿੱਖਾ, ਸਤਿਗੁਰੂ ਦੇ ਚਰਨਾਂ ਵਿੱਚ ਬਹਿ ਕੇ ਆਪਣੇ ਅੰਦਰ ਦੀ ਇੱਕ ਵਾਰੀ ਪੜਚੋਲ ਤੇ ਕਰ। ਆਪਣੇ ਜੀਵਨ ਵੱਲ ਵੇਖ ਤੇ ਸਹੀ, ਮੇਰੇ ਅੰਦਰ ਇਹ ਵਿਕਾਰ ਕਿੰਨੇ ਕੁ ਆ। ਜਦੋਂ ਸਤਿਗੁਰੂ ਦੀ ਬਾਣੀ ਪੜ੍ਹਦੇ ਆ ਨਾ, ਭਗਤ ਬਾਬਾ ਰਵਿਦਾਸ ਮਹਾਰਾਜ ਕਹਿੰਦੇ ਆ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ। ਪਹਿਲਾਂ ਉਹਨਾਂ ਨੇ ਸੰਸਾਰੀ ਜੀਆਂ ਦੀ ਗੱਲ ਕੀਤੀ। ਮਿਰਗ ਮੈਨਾ ਹਿਰਨ ਜਿਹੜਾ ਆ, ਹਿਰਨ ਨੂੰ ਸੁਣਨ ਦਾ ਇੱਕ ਰੋਗ ਆ। ਮ੍ਰਿਗ ਮੀਨ, ਮੀਨ ਮੱਛੀ, ਮੱਛੀ ਨੂੰ ਜ਼ੁਬਾਨ ਦੇ ਰਸ ਦਾ ਰੋਗ ਲੱਗਾ। ਜਿਉ ਕੁੰਡੀ ਮੀਨ ਪਰਾਤਾ ਹੈ, ਕੁੰਡੀ ਨਾਲ ਜੁੜਿਆ ਮਾਸ ਮੱਛੀ ਦੀ ਮੌਤ ਦਾ ਕਾਰਨ ਬਣ ਜਾਂਦਾ। ਭ੍ਰਿੰਗ, ਭੌਰਾ ਜਿਹੜਾ ਹੈ, ਭੌਰੇ ਨੂੰ ਸੁੰਘਣ ਦਾ ਰੋਗ ਆ, ਰਸ ਲੱਗ ਕੇ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਪਤੰਗਾ ਜਿਹੜਾ ਲਾਈਟ ਦੇ ਲਾਗੇ, ਜਿਹੜਾ ਰੌਸ਼ਨੀ ਦੇ ਦੁਆਲੇ ਆਉਂਦਾ, ਉਹਨੂੰ ਵੇਖਣ ਦਾ ਰਸ ਆ। ਅਖੀਰੀ ਕੁੰਚਰ ਦੀ ਗੱਲ ਕੀਤੀ, ਹਾਥੀ ਦੀ, ਜਿਹਨੂੰ ਸਪਰਸ਼ਤਾ ਦਾ ਰੋਗ ਆ, ਵਿਕਾਰ ਆ ਉਹਦੇ ਜੀਵਨ ਵਿੱਚ, ਕਾਮ ਵਾਸ਼ਨਾ ਦੀ। ਭਗਤ ਜੀ ਕਹਿੰਦੇ ਉਹਨਾਂ ਦੇ ਵਿੱਚ ਤੇ ਇੱਕ ਇੱਕ ਆ, ਉਹਨਾਂ ਦੀ ਹਜੇ ਜ਼ਿੰਦਗੀ ਦੀ ਆਸ ਕੋਈ ਨਹੀਂ। ਮੇਰਿਆ ਮਨਾ ਇਹ ਸੋਚ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ, ਪੰਜ ਦੋਖ ਅਸਾਧ ਜਾਮੈ। ਜਿਹਦੀ ਜ਼ਿੰਦਗੀ ਨੂੰ ਪੰਜ ਰੋਗ ਲੱਗੇ ਆ, ਤਾਂ ਕਿ ਕੇਤਕ ਆਸ, ਉਹਦੀ ਕੀ ਆਸ ਕਰਾਂਗੇ? ਕੀ ਆਸ ਆ ਉਸ ਜ਼ਿੰਦਗੀ ਦੀ ਜਿਹਨੂੰ ਇੱਕ ਨਹੀਂ ਇੰਨੇ ਕੁ ਰੋਗ ਲੱਗੇ ਆ। ਭਗਤ ਬਾਬਾ ਫਰੀਦ ਜੀ ਕਹਿੰਦੇ ਆ, ਫਰੀਦਾ ਸਰਵਰ ਪੰਖੀ ਹੇਕੜੋ, ਜਿੰਦ ਇਕੱਲੀ ਆ, ਫਾਈ ਵਾਲ 50, ਪਰ ਇਹਨੂੰ ਲੁੱਟਣ ਵਾਲੇ ਅਨੇਕਾਂ ਆ। ਕਿਤੇ ਸਤਿਗੁਰੂ ਦੇ ਇਹਨਾਂ ਬਚਨਾਂ ਨੂੰ ਬੜੀ ਗੌਰ ਨਾਲ ਪੜੋਗੇ ਨਾ, ਜਿੱਥੇ ਮਹਾਰਾਜ ਕਹਿੰਦੇ ਆ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਅੰਮ੍ਰਿਤ ਲੁੱਟ ਰਹੇ ਆ, ਪਰ ਸਮਝ ਨਹੀਂ ਪੈ ਰਹੀ। ਪਤਾ ਹੀ ਨਹੀਂ ਲੱਗਦਾ ਕਦੋਂ ਬੈਠੇ ਬੈਠੇ ਵਾਸ਼ਨਾ 'ਚ ਡੁੱਬ ਗਏ, ਨਹੀਂ ਪਤਾ ਲੱਗਾ। ਕਦੋਂ ਕ੍ਰੋਧ ਆ ਗਿਆ, ਨਹੀਂ ਪਤਾ ਲੱਗਾ। ਹੰਕਾਰੀ ਬਿਰਤੀ ਕਦੋਂ ਬਣ ਗਈ, ਪਤਾ ਹੀ ਨਹੀਂ ਲੱਗਦਾ।
ਸੋਝੀ ਹੈ ਨਹੀਂ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਵਿਵੇਕ ਦਾ ਦੀਵਾ ਇੰਨਾ ਮੈਲਾ ਹੋ ਗਿਆ। ਪੁਰਾਣੇ ਜ਼ਮਾਨੇ ਵਿੱਚ ਜਦੋਂ ਦੀਵੇ ਜਗਦੇ ਸੀ ਨਾ, ਉੱਤੇ ਲੈਂਪ ਲਾਇਆ ਜਾਂਦਾ ਸੀ, ਉਹਦੇ ਵਿੱਚ ਕਾਲਖ ਜੰਮ ਜੰਮ ਕੇ ਰੌਸ਼ਨੀ ਘਟ ਜਾਣੀ। ਵਿਕਾਰਾਂ ਦੀ ਇੰਨੀ ਕਾਲਖ ਜੰਮੀ ਆ, ਅਸਲ ਵਿੱਚ ਸੱਚ ਸਮਝ ਨਹੀਂ ਆ ਰਿਹਾ। ਬੰਦੇ ਦੀ ਜ਼ਿੰਦਗੀ ਇੱਥੇ ਆ ਕੇ ਰੁਕ ਗਈ ਆ ਕਿ ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ। ਸਾਨੂੰ ਲੱਗਦਾ ਆ ਸ਼ਾਇਦ ਵਿਕਾਰਾਂ ਦਾ ਸੁੱਖ ਹੀ ਆਖਰੀ ਸੁੱਖ ਹੈ, ਪਰ ਮਹਾਰਾਜ ਕਹਿੰਦੇ ਇਹ ਉਹ ਮਿੱਠਾ ਜ਼ਹਿਰ ਆ ਜਿਹੜਾ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਜਦੋਂ ਬਾਬਰ ਮਿਲਦਾ ਹੈ ਨਾ, ਬਾਬਰ ਨੇ ਇੱਕ ਗੱਲ ਕਹੀ। ਉਹਨੇ ਫਾਰਸੀ ਦੀ ਨਜ਼ਮ ਆਖੀ, ਰੂਜ਼ੇ ਨੌ ਬਹਾਰੋਂ ਮੇਂ ਦਿਲਰੁਬਾ ਖੁਸ਼ ਹਸਤ, ਬਾਬਰ ਬਾਇਸ਼ ਕੋਸ਼ ਕੇ ਆਲਮ ਦੁਬਾਰਾ ਨੇ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਨੂੰ, ਬਾਬਰ ਕਹਿੰਦਾ ਮੈਂ ਖੁਦ ਸ਼ਰਾਬ ਦਾ ਪਿਆਲਾ ਪੀਣਾ, ਤੁਸੀਂ ਵੀ ਪੀਓ। ਹਜ਼ੂਰ ਕਹਿੰਦੇ ਨੇ ਕੀ ਮਿਲਦਾ ਇਹਨੂੰ ਪੀ ਕੇ? ਉਹਨੇ ਆਖਿਆ ਰੂਜ਼ੇ ਨੌ ਬਹਾਰੋਂ ਮੇਂ ਦਿਲਰੁਬਾ ਖੁਸ਼ ਹਸਤ। ਬਹਾਰਾਂ ਦੇ ਵਿੱਚ ਦਿਲ ਨੂੰ ਖੁਸ਼ ਰੱਖਣਾ ਚਾਹੀਦਾ, ਮੌਜਾਂ ਮਾਣਨੀਆਂ ਚਾਹੀਦੀਆਂ। ਕਿਹੜਾ ਵਾਰ-ਵਾਰ ਦੁਨੀਆ ਤੇ ਆਉਣਾ। ਹਜ਼ੂਰ ਕਹਿੰਦੇ ਨੇ ਇਸ ਗੱਲ ਨਾਲ ਮੈਂ ਸਹਿਮਤ ਆ। ਰੂਜ਼ੇ ਨੌ ਬਹਾਰੋਂ ਮੇਂ ਦਿਲਰੁਬਾ ਖੁਸ਼ ਹਸਤ। ਜ਼ਿੰਦਗੀ ਦੇ ਸੁੱਖ ਨੂੰ ਮੰਨਣਾ ਚਾਹੀਦਾ, ਪਰ ਇੱਕ ਗੱਲ ਯਾਦ ਰੱਖੀ ਬਾਬਰ, ਬਾ ਐਸ਼ ਕੋਸ਼ ਨਹੀਂ। ਜ਼ਿੰਦਗੀ ਐਸ਼ ਪ੍ਰਸਤੀ ਦਾ ਨਾਂ ਨਹੀਂ ਹੈ। ਬਾਬਰ ਬਾ ਹੋਸ਼ ਗੋਸ਼ ਕਿ ਆਲਮ ਦੁਬਾਰਾ ਨੇਸਤ। ਹੋਸ਼ ਕਰ, ਦੁਨੀਆ ਤੇ ਦੁਬਾਰਾ ਨਹੀਂ ਆਉਣਾ। ਵਿਕਾਰਾਂ ਦੇ ਵਿੱਚ ਇਨਸਾਨ ਇੰਨਾ ਕੁ ਡੁੱਬਦਾ ਜਾ ਰਿਹਾ। ਧੰਨ ਬਾਬਾ ਕਬੀਰ ਮਹਾਰਾਜ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਹਜ਼ੂਰ ਕਹਿੰਦੇ ਆ, ਦੇਹੀ ਗਾਵਾਂ। ਸਰੀਰ ਇੱਕ ਪਿੰਡ ਦੀ ਤਰ੍ਹਾਂ, ਮੁਹੱਲੇ ਦੀ ਤਰ੍ਹਾਂ ਹੈ। ਦੇਹੀ ਗਾਵਾਂ ਜਿਉ ਧਰ ਮਹਿਤੋਂ। ਜਿਹੜੀ ਆਤਮਾ ਆ ਉਹ ਇਸ ਸਰੀਰ ਦਾ ਚੌਧਰੀ ਆ। ਦੇਹੀ ਗਾਵਾਂ ਜਿਉ ਧਰ ਮਹਿਤੋਂ ਬਸੈ ਪੰਚ ਕਿਰਸਾਨਾ। ਇਹਦੇ ਨਾਲ 5 ਕਿਸਾਨ ਵਸਦੇ ਆ। ਨੈਨੂ ਨਕਟੂ ਸ਼ਰਵਨੂ ਰਸਪਤ। ਇੰਦਰੀ ਕਹਿਆ ਨਾ ਮੰਨ। ਮਹਾਰਾਜ ਅੱਖਾਂ ਨਹੀਂ ਮੰਨ ਰਹੀਆਂ, ਰੋਗੀ ਹੋ ਗਈਆਂ। ਕੰਨ ਰੋਗੀ, ਨਾਸਕਾ ਰੋਗੀ, ਜ਼ਬਾਨ ਰੋਗੀ ਆ। ਇੰਨੇ ਵਿਕਾਰਾਂ ਚ ਡੁੱਬੇ ਪਏ। ਨੈਨੂ ਨਕਟੂ ਸ਼ਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੋ ਇਹ ਗਾਉਂ। ਜੀ ਨਹੀਂ ਕਰਦਾ ਇਸ ਸਰੀਰ ਚ ਵਸਣ ਨੂੰ। ਘਰੀ ਘਰੀ ਕਾ ਲੇਖਾ ਮੰਗੇ ਕਾਇਤ ਚੇਤੋ ਨਾ। ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਪੰਚ ਕਿਰਸਾਨਵਾ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ। ਜਿੱਦਣ ਸਰੀਰ ਮਰਿਆ, ਚੇਤਾ ਰੱਖਿਓ ਵਿਕਾਰਾਂ ਦੇ ਨਾਲ ਹੀ ਮਰ ਜਾਣਾ। ਪਰ ਹੋਏਗਾ ਕੀ? ਢਾ ਮੜੌਲੀ ਲੂਟਿਆ ਦੇਵਰਾ ਸਾਤਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਤੇ ਪੰਚ ਜਨਾ। ਲੇਖਾ ਆਤਮਾ ਨੂੰ। ਕੋਈ ਆਖੇਗਾ ਜੀ ਵਿਕਾਰ ਤੇ ਸਰੀਰ ਨਾਲ ਜੁੜੇ, ਆਤਮਾ ਦਾ ਲੇਖਾ ਕਿਉਂ? ਜਦੋਂ ਡਰਾਈਵਰ ਗੱਡੀ 'ਚ ਬੈਠਾ ਨਾ ਜੀ, ਗੱਡੀ ਰੈੱਡ ਲਾਈਟ ਕ੍ਰਾਸ ਕਰ ਜੇ, ਗੱਡੀ ਨੂੰ ਕੋਈ ਪਨਿਸ਼ਮੈਂਟ ਨਹੀਂ ਹੈ, ਡਰਾਈਵਰ ਦਾ ਹੀ ਚਲਾਨ ਕੱਟਿਆ ਜਾਂਦਾ। ਜਦੋਂ ਕਿਤੇ ਵੀ ਕੋਈ ਗਲਤੀ ਹੋਵੇ, ਡਰਾਈਵਰ ਦਾ ਦੋਸ਼ ਕੱਢਿਆ ਜਾਂਦਾ, ਗੱਡੀ ਦਾ ਦੋਸ਼ ਨਹੀਂ ਨਿਕਲਦਾ। ਸਰੀਰ ਦਾ ਦੋਸ਼ ਨਹੀਂ ਨਿਕਲਣਾ, ਦੋਸ਼ ਆਤਮਾ ਦਾ ਨਿਕਲਣਾ। ਕਿਉਂਕਿ ਅਸਲ ਵਿੱਚ ਇਹ ਪਰਮਾਤਮਾ ਦਾ ਅੰਸ਼ ਹੈ ਸਾਡੇ ਕੋਲ। ਇਸ ਲਈ ਵਿਕਾਰਾਂ ਵਿੱਚੋਂ ਨਿਕਲਣ ਦਾ ਯਤਨ ਕਰੀਏ। ਗੁਰੂ ਦੇ ਦਰ ਦਾ ਪੱਲਾ ਪਕੜ ਕੇ, ਗੁਰੂ ਦੇ ਦਰ ਦੀ ਬਾਹ ਪਕੜ ਕੇ, ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਇਹਨਾਂ ਵਿਕਾਰਾਂ ਤੋਂ ਬਚਾਉਣ ਵਾਲਾ ਕੋਈ ਨਹੀਂ। ਬਿਖਿਆਨ ਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਹਜ਼ੂਰ ਕਹਿੰਦੇ ਇੱਕ ਪਲ ਲਈ ਵੀ ਇਹਦੇ ਵਿੱਚੋਂ ਉਦਾਸ ਨਹੀਂ ਹੋਇਆ। ਉਦਾਸ ਭਾਵ ਇਹਦੇ ਵਿੱਚੋਂ ਵੱਖਰਾ ਨਹੀਂ ਹੋ ਰਿਹਾ, ਉਪਰਾਮ ਨਹੀਂ ਹੋ ਰਿਹਾ। ਭਾਵ ਅਜੇ ਤੱਕ ਸੋਝੀ ਨਹੀਂ ਹੈ ਵੀ ਮੈਂ ਸੱਚੀ ਵਿਕਾਰਾਂ 'ਚ ਡੁੱਬ ਰਿਹਾ ਹਾਂ। ਕਦੀ ਪੜਚੋਲ ਤੇ ਕਰੀਏ, ਮੇਰੀ ਜ਼ਿੰਦਗੀ ਨੂੰ ਇੰਨੀ ਛੇਤੀ ਗੁੱਸਾ ਕਿਉਂ ਆ ਜਾਂਦਾ?
ਧਰਮ ਤੇ ਇਹ ਗੱਲ ਕਹਿੰਦਾ ਹੈ, ਉਹਨਾਂ ਪਾਸ ਦੁਆਸ ਨਾ ਪਿੱਟੀਐ ਜਿਨ੍ਹਾਂ ਅੰਤਰ ਕ੍ਰੋਧ ਚੰਡਾਲ। ਉਹਦੇ ਤੇ ਕੋਲ ਦੀ ਵੀ ਨਾ ਲੰਘ ਜਿਹਦੇ ਅੰਦਰ ਅਤ ਦਾ ਕ੍ਰੋਧ ਜਿਹੜਾ ਵਸਿਆ ਹੋਇਆ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਇਹ ਬੰਦੇ ਇੱਕ ਵਾਰੀ ਪੜਚੋਲ ਕਰ, ਆਪਣੇ ਜੀਵਨ ਨੂੰ ਸਤਿਗੁਰੂ ਦੇ ਦਰ ਦੀ ਤੱਕੜੀ ਵਿੱਚ ਪਾ ਕੇ ਤੋਲਣ ਦਾ ਯਤਨ ਕਰ। ਮੰਜ਼ਿਲ ਮੇਰੀ ਮਾਲਕ ਦੇ ਚਰਨਾਂ ਤੱਕ ਪੜਨਾ ਹੈ। ਜਦੋਂ ਅੰਮ੍ਰਿਤ ਦੇ ਵਿੱਚ ਸਮਾਉਣਾ ਹੈ, ਸੱਚ ਦੇ ਵਿੱਚ ਸਮਾਉਣਾ ਹੈ, ਤੇ ਯਾਦ ਰੱਖਿਓ ਸਚਿਆਰ ਹੋਣਾ ਜ਼ਰੂਰੀ ਹੈ। ਜ਼ਹਿਰ ਜਿਹੜੀ ਉਹ ਅੰਮ੍ਰਿਤ ਵਿੱਚ ਨਹੀਂ ਸਮਾ ਸਕਦੀ। ਮੈਲੀ ਜ਼ਿੰਦਗੀ ਨੂੰ ਧੋਣਾ ਤੇ ਪਏਗਾ। ਤਾਂ ਹੀ ਤੇ ਮਹਾਰਾਜ ਇਹ ਗੱਲ ਆਖੀ ਹੈ, ਭਰੀਏ ਹੱਥ ਪੈਰ ਤਨ ਦੇ। ਹੱਥ ਪੈਰ ਮਿੱਟੀ ਨਾਲ ਲਿਬੜੇ ਹੋਣ। ਪਾਣੀ ਧੋਤਾ ਉਤਰ ਸਕੇ, ਪਾਣੀ ਨਾਲ ਧੋਤਿਆਂ ਮਿੱਟੀ ਨਿਕਲ ਜਾਂਦੀ ਹੈ। ਮੂਤ ਪਲੀਤੀ ਕੱਪੜ ਹੋਏ, ਜੇ ਕੱਪੜੇ ਮਲ ਮੂਤਰ ਨਾਲ ਲਿਬੜੇ ਹੋਣ, ਦੇ ਸਾਬੂਨ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਜਿਹੜੀ ਮਤ ਪਾਪਾਂ ਦੇ ਨਾਲ ਭਰ ਜਾਏ, ਉਹ ਸਿਰਫ ਤੇ ਸਿਰਫ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ, ਪਰਮੇਸ਼ਰ ਦਾ ਨਾਮ ਲਿਆ, ਸਤਿਗੁਰੂ ਦੇ ਦਰ ਦੀ ਸੇਵਾ ਕੀਤਿਆਂ, ਗੁਰੂ ਅੱਗੇ ਅਰਦਾਸ ਕੀਤਿਆਂ, ਪਾਪਾਂ ਵਾਲੀ ਜਿਹੜੀ ਮੱਤ ਆ, ਮੈਲੀ ਮੱਤ ਧੋਤੀ ਜਾਂਦੀ ਹੈ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਕਹੋ ਨਾਨਕ ਭਜ ਹਰ ਮਨਾ। ਮੇਰਿਆ ਮਨਾ ਸਾਈਂ ਦੇ ਚਰਨਾਂ ਦੇ ਨਾਲ ਸਾਂਝ ਬਣਾ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰ। ਉਹਦੇ ਚਰਨਾਂ ਦੀ ਓਟ ਲੈ, ਪਰੈ ਨਾ ਜਮ ਕੀ ਫਾਸ। ਤੇ ਜਮਾਂ ਦੀਆਂ ਫਾਹੀਆਂ ਤੋਂ ਇਵੇਂ ਹੀ ਬਚਿਆ ਜਾ ਸਕਦਾ ਹੈ। ਪਰਮਾਤਮਾ ਦੀ ਯਾਦ ਤੋਂ ਬਿਨਾ ਸਾਡੀ ਜ਼ਿੰਦਗੀ ਦਾ ਹੋਰ ਸਹਾਰਾ ਕੋਈ ਨਹੀਂ। ਸਰੀਰ ਮਰੇਗਾ ਤੇ ਵਿਕਾਰਾਂ ਤੇ ਉਦਣ ਹੀ ਸਾਥ ਛੱਡ ਦੇਣਾ। ਜਿੰਨੇ ਨਾਤੇ ਰਿਸ਼ਤੇ ਆ, ਸਭ ਕੁਝ ਧਰਿਆ ਧਰਾਇਆ ਰਹਿ ਜਾਣਾ। ਇਕੱਲੇ ਆਏ ਇਕੱਲਿਆਂ ਜਾਣਾ। ਪਿਆਰਿਓ, ਲੇਖਾ ਤੇ ਅਸੀਂ ਹੀ ਦੇਣਾ ਹੈ। ਲੇਖਾ ਸਾਨੂੰ ਹੀ ਦੇਣਾ ਪੈਣਾ। ਪਾਪ ਕਰਹਿ ਪੰਚਾਂ ਕੇ ਬਸਰੇ। ਪੰਜਾਂ ਵਿਕਾਰਾਂ ਦੇ ਅਧੀਨ ਹੋਇਆ ਬੰਦਾ ਪਤਾ ਨਹੀਂ ਕਿੰਨੇ ਕੁ ਪਾਪ ਕਰਦਾ। ਪਿਤਾ ਗੁਰਦੇਵ ਕਹਿੰਦੇ ਨੇ, ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੋੜੇਨ ਸੁਖਾ ਧਾਤਾ। ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜਮ ਪ੍ਰਭਾ ਦਾਤਾ। ਜਿਨ੍ਹਾਂ ਲਈ ਕੀਤਾ ਆ ਕਿਸੇ ਨਾਲ ਨਹੀਂ ਨਿਭਣਾ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਣ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਅੰਤ ਨੂੰ ਨਬੇੜਾ ਸਾਨੂੰ ਹੀ ਦੇਣਾ ਪਏਗਾ, ਕਿਉਂਕਿ ਕਰਮ ਅਸੀਂ ਕੀਤਾ। ਜਿਹੜਾ ਬੀਜ ਮੈਂ ਬੀਜਿਆ ਉਹ ਵੱਢਣਾ ਵੀ ਮੈਨੂੰ ਹੀ ਪਏਗਾ। ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਸ ਲਈ ਵਿਕਾਰਾਂ ਦੇ ਵਸ ਵਿੱਚ ਪਿਆ ਬੰਦਾ ਪਤਾ ਹੀ ਨਹੀਂ ਕਿੰਨੇ ਕੁ ਪਾਪ ਕਰਦਾ ਜਾਂਦਾ, ਕਿੰਨੇ ਕੁ ਪਾਪ ਕਰਦਾ ਜਾਂਦਾ, ਪਤਾ ਹੀ ਕੋਈ। ਕਦੀ ਅੰਦਾਜ਼ਾ ਲਾਇਓ, ਕਾਮ ਵਿੱਚ ਡੁੱਬਿਆ ਕਿੰਨੇ ਕੁ ਪਾਪਾਂ ਤੱਕ ਪੜਿਆ। ਕ੍ਰੋਧ ਕਾਰਨ ਕਿੰਨੇ ਕੁ ਪਾਪ ਮੇਰੇ ਤੇ ਹਾਵੀ ਹੋ ਗਏ। ਲੋਭ ਦੀ ਬਿਰਤੀ ਮੈਨੂੰ ਕਿੱਥੇ ਲੈ ਗਈ। ਮੋਹ ਦੀਆਂ ਤੰਦਾਂ ਤੇ ਐਸੀਆਂ। ਬਾਬਾ ਨਾਨਕ ਜੀ ਕਹਿੰਦੇ ਆ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਮੋਹ ਚਿੱਕੜਿਆ, ਪੱਗ ਨਹੀਂ ਚੱਲੈ। ਮਾਲਕ ਦੇ ਘਰ ਵੱਲ ਨੂੰ ਪੈਰ ਨਹੀਂ ਪੁੱਟਿਆ ਜਾ ਰਿਹਾ। ਹਮ ਦੇਖਾਂ ਤੈਂ ਡੂਬੀ ਅਲੇ। ਹਜ਼ੂਰ ਕਹਿੰਦੇ, ਮੇਰੇ ਵੇਖਦੇ ਆ ਪਤਾ ਹੀ ਨਹੀਂ ਕਿੰਨੇ ਕੁ ਡੁੱਬ ਗਏ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੈ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਜ, ਕੂੜੋ ਕੂੜ। ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਇੱਕ ਪਲ ਵੀ ਉਪਰਾਮ ਨਹੀਂ ਹੋ ਰਿਹਾ। ਇਹਨਾਂ ਵਿਕਾਰਾਂ ਦੇ ਵਿੱਚ ਡੁੱਬਿਆ ਹੋ ਮੇਰਿਆ ਮਨਾ। ਕਹੋ ਨਾਨਕ ਭਜ ਹਰ ਮਨਾ।
ਵਾਹਿਗੁਰੂ ਦੇ ਚਰਨਾਂ ਨਾਲ ਸਾਂਝ ਬਣਾ। ਗੁਰੂ ਦੁਆਰੇ ਜਾ ਕੇ ਜੀਵਨ ਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਵਾਲੀ ਭਾਵਨਾ ਬਣਾ। ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਤੇਰੀ ਜ਼ਿੰਦਗੀ ਨੂੰ ਜਮਾਂ ਦੀ ਫਾਈ ਨਹੀਂ ਪੈਂਦੀ, ਜਮਾਂ ਦੀ ਫਾਈ ਤੋਂ ਬਚ ਜਾਏਗਾ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਸ ਹੈ, ਭਰੋਸਾ ਹੈ, ਸਾਡੇ ਲਈ ਆਸ਼ੀਰਵਾਦ ਹੈ। ਸਤਿਗੁਰੂ ਦੇ ਚਰਨਾਂ ਨਾਲ ਜੁੜ ਆਪਣੀ ਜ਼ਿੰਦਗੀ ਨੂੰ ਸੱਚ ਦੇ ਰਾਹ ਤੋਰਨ ਦਾ ਯਤਨ ਕਰੀਏ। ਪਾਤਸ਼ਾਹ ਰਹਿਮਤਵਾਨ ਹੋਵਣ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।